ਸ਼ੁਰੂਆਤ ਕਰਦੇ ਹਾਂ ਪ੍ਰਵੀਨ ਜੀ, ਜੀ। ਪਹਿਲੀ ਜਿਹੜੀ ਗੱਲ ਦੀ ਟਰੰਪ ਹੋਣਾ ਦਾ ਹੁਣੇ-ਹੁਣੇ ਬਿਆਨ ਆਇਆ ਆ ਈਰਾਨ ਨੂੰ ਲੈ ਕੇ। ਟਰੰਪ ਹੋਣਾ ਨੇ ਮੰਗ ਕੀਤੀ ਆ ਈਰਾਨ ਤੋਂ ਵੀ ਉਹ ਅਨਕੰਡੀਸ਼ਨਲ ਜਿਹੜਾ ਸਰੈਂਡਰ ਕਰੇ, ਵੀ ਜੀ। ਆਪਣੇ ਹਥਿਆਰ ਸਿੱਟ ਦੇਵੇ, ਅਨਕੰਡੀਸ਼ਨਲ ਹੋਵੇ, ਬਗੈਰ ਕਿਸੇ ਕੰਡੀਸ਼ਨ ਤੋਂ, ਬਗੈਰ ਕਿਸੇ ਸ਼ਰਤ ਤੋਂ ਉਹ ਆਪਣੇ ਹਥਿਆਰ ਸਿੱਟ ਦੇਵੇ, ਤਾਂ ਹੀ ਜਿਹੜੀ ਅਟੈਕ ਆ ਉਹਨਾਂ ਉੱਤੇ ਰੁਕਣਗੇ। ਸੋ ਇਹ ਇੱਕ ਵੱਡੀ ਗੱਲ ਜਿਹੜੀ ਆ ਰਾਸ਼ਟਰਪਤੀ ਟਰੰਪ ਹੋਣਾ ਨੇ ਆਖੀ ਆ, ਕਹਿੰਦੇ ਵੀ ਕੋਈ ਡੀਲ ਉਨੀ ਦੇਰ ਤੱਕ ਨਹੀਂ ਹੋਵੇਗੀ ਈਰਾਨ ਦੇ ਨਾਲ ਜਿੰਨੀ ਦੇਰ ਤੱਕ ਉਹ ਅਨਕੰਡੀਸ਼ਨਲ ਸਰੈਂਡਰ ਨਹੀਂ ਕਰਦੇ ਹੈਗੇ। ਇਸ ਮੌਕੇ ਦੁਨੀਆ ਭਰ ਦੇ ਵਿੱਚ ਇਸ ਲੜਾਈ ਦੇ ਕਰਕੇ ਤੇਲ ਦੀਆਂ ਕੀਮਤਾਂ ਉਹ ਹੋਰ ਬਿਲਕੁਲ। ਵੀ ਜ਼ਿਆਦਾ ਲਗਾਤਾਰ ਜਿਹੜੀਆਂ ਉਹ ਵੱਧ ਚੁੱਕੀਆਂ ਆ। ਬ੍ਰੈਂਟ ਕਰੂਡ ਜਿਹੜਾ 5% ਅੱਜ ਹੋਰ ਵੱਧ ਕੇ $90 ਪਰ ਬੈਰਲ ਦੇ ਹਿਸਾਬ ਦੇ ਨਾਲ ਯੂਰਪ ਦੇ ਵਿੱਚ ਇਹ ਪਹੁੰਚ ਚੁੱਕਾ ਆ। ਹੁਣ ਤੱਕ ਦਾ ਕਹਿੰਦੇ ਵੀ ਕੌਨਫਲਿਕਟ ਤੋਂ ਬਾਅਦ ਦੇ ਵਿੱਚ ਸਭ ਤੋਂ ਉੱਚਾ ਜਿਹੜਾ ਪੱਧਰ ਆ ਉਸ ਦੇ ਉੱਤੇ ਦੇਖਿਆ ਗਿਆ ਆ। ਉਧਰ ਮਿਡਲ ਈਸਟਰਨ ਜਿਹੜਾ ਕਰੂਡ ਆਇਲ ਦਾ ਬੈਂਚਮਾਰਕ ਆ $100 ਪਰ ਬੈਰਲ ਨੂੰ ਪਾਰ ਜਿਹੜਾ ਉਹ ਕਰ ਗਿਆ ਆ। ਉੱਥੇ ਕਈ ਰਿਫਾਈਨਰੀਜ਼ ਬੰਦ ਹੋ ਰਹੀਆਂ, ਆਇਲ ਪ੍ਰੋਡਕਸ਼ਨ ਦੇ ਉੱਤੇ ਬਹੁਤ ਵੱਡਾ ਜਿਹੜਾ ਉਹ ਅਸਰ ਪਿਆ ਆ। ਯੂਐਸ ਦੀ ਇਕੁਇਟੀ ਮਾਰਕੀਟ 1% ਤੋਂ ਵੱਧ ਜਿਹੜੀ ਉਹ ਡਿੱਗ ਚੁੱਕੀ ਹੈਗੀ ਆ। ਆਇਲ ਦੀਆਂ ਤੇਲ ਦੀਆਂ ਕੀਮਤਾਂ ਦੇ ਵਿੱਚ ਇੰਨਾ ਫਰਕ ਪੈਣ ਦੇ ਨਾਲ ਤੇ ਨਾਲ ਦੇ ਨਾਲ ਜਿਹੜੇ ਇਨਫਲੇਸ਼ਨ ਦਾ ਜਿਹੜਾ ਖਤਰਾ ਬਰਕਰਾਰ ਚੱਲ ਰਿਹਾ ਆ ਉਸ ਨੂੰ ਜਿਹੜਾ ਉਹ ਲੈ ਕੇ ਉਧਰ ਜਿਹੜਾ ਸੈਂਟਰਲ ਕਮਾਂਡ ਆ, ਯੂਐਸ ਦੀ ਸੈਂਟਰਲ ਕਮਾਂਡ ਜਿਹੜੀ ਕਿ ਇਸ ਟਾਈਮ ਇਸ ਅਟੈਕ ਨੂੰ ਲੀਡ ਕਰ ਰਹੀ ਆ ਅਮਰੀਕਾ ਦੇ ਵੱਲੋਂ, ਉਹਨਾਂ ਨੇ ਇਹ ਦਾਅਵਾ ਕੀਤਾ ਵੀ ਈਰਾਨ ਦੇ ਦੁਆਰਾ ਬਹਿਰੇਨ ਦੇ ਰੈਜ਼ੀਡੈਂਸ਼ੀਅਲ ਇਲਾਕਿਆਂ ਦੇ ਵਿੱਚ ਡਰੋਨਸ ਦੇ ਨਾਲ ਹਮਲਾ ਜਿਹੜਾ ਉਹ ਕੀਤਾ ਗਿਆ ਹੈਗਾ ਆ। ਸੋ ਅਨਕੰਡੀਸ਼ਨਲ ਸਰੈਂਡਰ ਨੂੰ ਮੰਨਦੇ ਆ ਈਰਾਨ ਜਾਂ ਨਹੀਂ, ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਪਰ ਉਹਨਾਂ ਦੀ ਕੱਲ ਦੀ ਬਿਆਨ ਆ, ਕਹਿੰਦੇ ਵੀ ਇਸ ਟਾਈਮ ਅਸੀਂ ਕਿਸੇ ਵੀ ਸਮਝੌਤਾ ਕਰਨ ਦੇ ਲਈ, ਨੈਗੋਸ਼ੀਏਸ਼ਨ ਕਰਨ ਦੇ ਲਈ ਵੀ ਰਾਜੀ ਨਹੀਂ ਹੈਗੇ। ਤੇ ਉਹਨਾਂ ਨੇ ਤਾਂ ਇਹ ਕਿਹਾ ਵੀ ਆਰ ਰੈਡੀ ਫਾਰ ਯੂ। ਜਦੋਂ ਗਰਾਊਂਡ ਇਨਵੇਜਨ ਦੀ ਗੱਲ ਆਈ ਸੀਗੀ ਤੇ ਈਰਾਨ ਦੇ ਜਿਹੜੇ ਫੋਰਨ ਮਿਨਿਸਟਰੀ ਦੇ ਵਿੱਚੋਂ ਸੀਗੇ, ਉਹਨਾਂ ਨੇ ਇਹ ਜਿਹੜੀ ਉਹ ਬਿਆਨ ਦਿੱਤਾ ਸੀਗਾ। ਸੋ ਹੁਣ ਪ੍ਰਵੀਨ ਜੀ ਇਹ ਇੱਕ ਵੱਡੀ ਜਿਹੜੀ ਫਿਕਰਮੰਦੀ ਆ ਉਹ ਬਣ ਚੁੱਕੀ ਆ। ਅਮਰੀਕਾ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਵਿਰੋਧ ਆ ਇਸ ਲੜਾਈ ਨੂੰ ਲੈ ਕੇ, ਵਾਰ ਨੂੰ ਲੈ ਕੇ ਜਿਹੜਾ ਉਹ ਦੇਖਿਆ ਜਾ ਰਿਹਾ ਆ। ਆਮ ਲੋਕਾਂ ਤੋਂ ਲੈ ਕੇ ਸਿਆਸੀ ਗਲਿਆਰਿਆਂ ਦੇ ਵਿੱਚ ਵੀ ਜਿਹੜੇ ਲੋਕ ਆ ਈਰਾਨ ਦੀ ਇਸ ਲੜਾਈ ਤੋਂ ਉਲਟ ਨੇ। ਕਿਉਂ ਖਾਸ ਕਰਕੇ ਉਦੋਂ ਜਦੋਂ ਰਾਸ਼ਟਰਪਤੀ ਟਰੰਪ ਉਹਨਾਂ ਨੇ ਕੈਂਪੇਨ ਇਹੀ ਕਰਦੇ ਰਹੇ ਵੀ ਮੈਂ ਜਿਹੜਾ ਪ੍ਰੈਜ਼ੀਡੈਂਟ ਆਫ ਪੀਸ ਆ, ਕੋਈ ਨਵੀਂ ਲੜਾਈ ਜਿਹੜੀ ਉਹ ਨਹੀਂ ਛੇੜੂੰਗਾ। ਪੀਟ ਹੈਗਸੈਟ ਬੀਤੇ ਦਿਨੀ ਬਿਆਨ ਦੇ ਰਹੇ ਸੀਗੇ ਵੀ ਈਰਾਨ ਨੇ ਲੜਾਈ ਸ਼ੁਰੂ ਕੀਤੀ ਆ ਤੇ ਖਤਮ ਜਿਹੜੀ ਅਸੀਂ ਕਰਾਂਗੇ। ਪਰ ਲੋਕ ਉਹਨਾਂ ਨੂੰ ਇਹ ਟੀਚਰਾਂ ਕਰ ਰਹੇ ਸੀਗੇ ਵੀ ਯਾਰ ਸ਼ੁਰੂ ਤਾਂ ਤੁਸੀਂ ਆਪ ਹੀ ਇਸ ਦੇ ਵਿੱਚ ਕੀਤੀ ਹੈਗੀ ਆ। ਤੇ ਲੋਕ ਤਾਂ ਇੱਥੋਂ ਤੱਕ ਵੀ ਕਹਿ ਰਹੇ ਆ ਵੀ ਇਜ਼ਰਾਈਲ ਦੇ ਲਈ ਅਸੀਂ ਅਮਰੀਕੀ ਕਿਉਂ ਮਰਵਾਈਏ। ਉਹਨਾਂ ਨੇ ਧੱਕੇ ਦੇ ਨਾਲ ਤੁਹਾਨੂੰ ਜਿਹੜਾ ਇਸ ਲੜਾਈ ਦੇ ਵਿੱਚ ਖਿੱਚਿਆ ਹੈਗਾ ਆ, ਧੱਕਿਆ ਹੈਗਾ ਆ। ਸੋ ਉਹਦੇ ਕਰਕੇ ਸੋ ਇਜ਼ਰਾਈਲ ਨੇ ਅੱਜ ਕਲੇਮ ਕੀਤਾ ਵੀ 400 ਤੋਂ ਵੱਧ ਜਿਹੜੇ ਟਾਰਗੇਟਸ ਆ ਉਹਨਾਂ ਨੇ ਵੈਸਟਰਨ ਈਰਾਨ ਦੇ ਵਿੱਚ ਉਹਨਾਂ ਨੂੰ ਹਿੱਟ ਕੀਤਾ ਹੈਗਾ ਆ, ਜਿਹਦੇ ਵਿੱਚ ਇਜ਼ਰਾਈਲ ਦਾ ਦਾਅਵਾ ਵੀ ਜਿਹੜੀਆਂ ਬੈਲਿਸਟਿਕ ਮਿਜ਼ਾਈਲ ਲਾਂਚਰਸ, ਸਟੋਰੇਜ ਫੈਸਿਲਿਟੀਜ਼, ਜਿਹੜੇ ਅਨਮੈਨਡ ਏਰੀਅਲ ਵਹੀਕਲ ਜਿਹੜੇ ਇਹਨਾਂ ਦੇ ਡਰੋਨਸ ਆ, ਉਹਨਾਂ ਦੇ ਉੱਤੇ ਅਸਰ ਜਿਹੜਾ ਉਹ ਪਾਇਆ ਆ। ਈਰਾਨ ਦੇ ਸ਼ਹਿਰੂਦ ਜਿਹੜਾ ਇਲਾਕਾ ਆ ਉਸ ਦੇ ਵਿੱਚ ਕਹਿੰਦੇ ਵੀ ਇਜ਼ਰਾਈਲੀ ਫੋਰਸਿਸ ਨੇ ਇੱਕ ਜਿਹੜਾ ਟਰੱਕ ਆ ਉਸ ਨੂੰ ਡਿਸਟਰੋਏ ਕੀਤਾ ਹੈ, ਜਿਹੜਾ ਕਿ 에ਅਰ ਡਿਫੈਂਸ ਸਿਸਟਮ ਆ ਉਹਨਾਂ ਨੂੰ ਜਿਹੜਾ ਉਹ ਇੱਕ ਥਾਂ ਤੋਂ ਦੂਜੀ ਥਾਂ ਲੈ ਕੇ ਜਾ ਰਿਹਾ ਸੀਗਾ। ਸੋ ਆਰਮੀ ਨੇ ਇੱਕ ਜਿਹੜੀ ਏਰੀਅਲ ਫੋਟੋ ਆ ਉਹ ਵੀ ਨਾਲ ਸਾਂਝੀ ਜਿਹੜੀ ਉਹ ਕੀਤੀ ਆ। ਗਲਫ ਦੇ ਮੁਲਕ ਇਸ ਟਾਈਮ ਬਹੁਤ ਜ਼ਿਆਦਾ ਘਬਰਾਏ ਹੋਏ ਨੇ ਤੇ ਉਹਨਾਂ ਨੂੰ ਇਹ ਸਮਝ ਨਹੀਂ ਆ ਰਿਹਾ ਵੀ ਹੁਣ ਅੱਗੇ ਕੀ ਬਣੂਗਾ। ਉਹਨਾਂ ਦੇ ਅੰਦਰ ਖਾਤੇ ਕੁਝ ਜਿਹੜੀਆਂ ਵੀਡੀਓਜ਼ ਤੇ ਗੱਲਾਂ ਬਾਤਾਂ ਜਿਹੜੀਆਂ ਜੋ ਲੀਕ ਹੋਈਆਂ ਆ, ਉਹ ਗਲਫ ਦੇ ਜਿਹੜੇ ਮੁਲਕ ਦੇ ਲੀਡਰਸ ਆ ਉਹ ਕਹਿ ਰਹੇ ਆ ਵੀ ਰਾਸ਼ਟਰਪਤੀ ਟਰੰਪ ਜਿਹੜੇ ਆ ਉਹਨਾਂ ਨੂੰ ਅਸੀਂ ਸਭ ਤੋਂ ਜ਼ਿਆਦਾ ਪੈਸਾ ਅਸੀਂ ਦਿੱਤਾ ਬੋਰਡ ਆਫ ਪੀਸ ਦੇ ਲਈ। ਜਿਹੜੇ ਗਲਫ ਦੇ ਮੁਲਕ ਆ ਉਹ ਬਿਲੀਅਨ ਡਾਲਰ ਜਿਹੜਾ ਉਹ ਈਚ ਦੇ ਰਹੇ ਆ ਤੇ ਕਹਿੰਦੇ ਵੀ ਸਾਡੇ ਸਿਰ ਤੇ ਆ ਕੇ ਹੀ ਜਿਹੜੀ ਲੜਾਈ ਆ ਉਹ ਪੈ ਗਈ ਆ। ਸਾਡੇ ਇੰਟਰਸੈਪਟਰ ਮੁੱਕ ਰਹੇ ਆ, ਲੋਕਾਂ ਨੂੰ ਜਿਹੜੀ ਉਹ ਇਸ ਟਾਈਮ ਫਿਕਰਮੰਦੀ ਜਿਹੜੀ ਉਹ ਸਤਾ ਰਹੀ ਹੈਗੀ ਆ। ਸੋ ਟਰੰਪ ਉਹਨਾਂ ਦੇ ਉੱਤੇ ਦਬਾਅ ਜਿਹੜਾ ਆ ਖੱਬੇ ਸੱਜਿਓਂ ਕਹਿ ਸਕਦੇ ਆ ਵੀ ਖਾਸਾ ਜਿਹੜਾ ਉਹ ਵੱਧ ਰਿਹਾ, ਡੋਮੈਸਟਿਕਲੀ ਵੀ ਤੇ ਇੰਟਰਨੈਸ਼ਨਲੀ ਵੀ ਉਹਨਾਂ ਦੇ ਉੱਤੇ ਜਿਹੜਾ ਦਬਾਅ ਵੱਧ ਰਿਹਾ ਆ ਇਸ ਲੜਾਈ ਨੂੰ ਜਿਹੜਾ ਉਹ ਲੈ ਕੇ। ਖਾਸ ਕਰਕੇ ਉਦੋਂ ਜਦੋਂ ਇਹਨਾਂ ਦੇ ਕੋਲ ਜਾਂ ਇਹਨਾਂ ਦੇ ਪ੍ਰਸ਼ਾਸਨ ਦੇ ਕੋਲ ਕੋਈ ਪੱਕਾ ਜਵਾਬ ਨਹੀਂ ਆ ਵੀ ਇਹ ਜਿਹੜੀ ਲੜਾਈ ਆ ਕਿਸ ਮਕਸਦ ਦੇ ਨਾਲ ਲੜੀ ਜਾ ਰਹੀ ਆ, ਕਿਹੜੇ ਮਕਸਦ ਦੇ ਕਰਕੇ ਅਮਰੀਕੀ ਜਿਹੜੇ ਸੋਲਜਰ ਆ 6 ਜਿਨ੍ਹਾਂ ਦੀ ਮੌਤ ਹੋਈ ਆ, ਉਹਨਾਂ ਨੇ ਕਿਸ ਚੀਜ਼ ਦੇ ਲਈ ਇਹ ਇੱਕ ਹਿਸਾਬ ਦੇ ਨਾਲ ਸ਼ਹਾਦਤ ਦਿੱਤੀ ਆ, ਉਹ ਬਲੀ ਦੇ ਬੱਕਰੇ ਬਣੇ ਆ
ਜਾਂ ਕਿਹੜੀ ਇੱਕ ਮਕਸਦ ਨੂੰ ਪੂਰਾ ਕਰਨ ਦੇ ਲਈ ਇਸ ਮੌਕੇ ਇਹ ਜਿਹੜੇ ਲੋਕਾਂ ਨੂੰ ਲੜਾਈ ਦੇ ਵਿੱਚ ਝੋਕ ਦਿੱਤਾ ਗਿਆ ਹੈਗਾ ਆ? ਜੀ ਬਿਲਕੁਲ, ਤੇ ਇਹਦੇ ਨਾਲ ਆਪਾਂ ਜਿਹੜੇ ਦੇਸ਼ਾਂ ਦੇ ਵਿੱਚ ਇਸ ਟਾਈਮ ਲੜਾਈ ਲੱਗੀ ਹੋਈ ਹੈ ਜਾਂ ਜਿਹੜੇ ਦੇਸ਼ ਪ੍ਰਭਾਵਿਤ ਨੇ, ਜਿਵੇਂ ਈਰਾਨ ਹੈ ਜਾਂ ਜਿਵੇਂ ਹਿਜ਼ਬੁੱਲਾ ਤੇ ਹਮਲੇ ਕੀਤੇ ਜਾ ਰਹੇ ਨੇ ਇਜ਼ਰਾਈਲ ਵੱਲੋਂ, ਤੇ ਇਜ਼ਰਾਈਲ ਦੇ ਵਿੱਚ ਇਸ ਤਰ੍ਹਾਂ ਦੇ ਕੀ ਹਾਲਾਤ ਨੇ, ਉੱਥੋਂ ਦੇ ਲੋਕਾਂ ਦੇ ਹਾਲਾਤਾਂ ਦੇ ਉੱਤੇ ਵੀ ਆਪਾਂ ਗੱਲ ਕਰਦੇ ਹਾਂ। ਇਸ ਟਾਈਮ ਦੀ ਖਬਰ ਇਹ ਆ ਰਹੀ ਹੈ, ਜਿਹੜੀ ਨਾਰਵੇਨ ਰਿਫਿਊਜੀ ਕਾਉਂਸਲ ਹੈ ਇੱਕ, ਉਹਨਾਂ ਨੇ ਦੱਸਿਆ ਵੀ ਹਿਊਮਨਿਟੇਰੀਅਨ ਏਜੰਸੀ ਹੈ ਇੱਕ, ਉਹਨਾਂ ਨੇ ਦੱਸਿਆ ਵੀ 3 ਲੱਖ ਬੰਦਾ ਜਿਹੜਾ ਇਸ ਟਾਈਮ ਲੈਬਨਾਨ ਤੋਂ ਜਿਹੜਾ ਡਿਸਪਲੇਸ ਹੋਣ ਦੇ ਲਈ ਮਜਬੂਰ ਹੈ, ਕਿਉਂਕਿ ਇਜ਼ਰਾਈਲ ਨੇ ਜਿਹੜਾ ਜਦੋਂ ਤੋਂ ਹਮਲੇ ਸ਼ੁਰੂ ਕੀਤੇ ਨੇ ਤੇ 에ਅਰ ਸਟ੍ਰਾਈਕ ਲਗਾਤਾਰ ਹੋ ਰਹੀਆਂ ਨੇ ਹਿਜ਼ਬੁੱਲਾ ਦੇ ਟਿਕਾਣਿਆਂ ਨੂੰ ਨਸ਼ਟ ਕਰਨ ਦੇ ਲਈ। ਤੇ ਇਜ਼ਰਾਈਲ ਨੇ ਵੀ ਜਿਹੜੇ ਇਵੈਕੂਏਸ਼ਨ ਆਰਡਰ ਆ ਉਹ ਜਿਹੜੇ ਤਕਰੀਬਨ ਸਾਊਥ ਲੈਬਨਾਨ ਦੇ ਇਲਾਕਿਆਂ ਦੇ ਵਿੱਚ ਜਿਹੜੇ ਸੈਂਕੜੇ ਪਿੰਡ ਨੇ ਉਹਨਾਂ ਨੂੰ ਦਿੱਤੇ ਨੇ ਵੀ ਤੁਸੀਂ ਉੱਥੋਂ ਇਲਾਕੇ ਜਿਹੜੇ ਖਾਲੀ ਕਰ ਦਿਓ। ਤੇ ਇਹਦੇ ਨਾਲ ਇਜ਼ਰਾਈਲੀ ਮਿਲਟਰੀ ਨੇ ਇਹ ਦਾਅਵਾ ਕੀਤਾ ਵੀ 50 ਫਾਈਟਰ ਜੈਟ ਜਿਹੜੇ ਆ ਉਹ ਟਾਰਗੇਟ ਕੀਤੇ ਗਏ ਆ, ਤੇ ਇੱਕ ਅੰਡਰਗਰਾਉਂਡ ਬੰਕਰ ਆ ਜਿਹੜਾ ਆਇਤੁੱਲਾ ਅਲ ਖਮੇਨੀ ਦਾ, ਉਹਨਾਂ ਨੇ ਲੰਘੇ ਦਿਨਾਂ ਦੇ ਵਿੱਚ ਉਸ ਤੋਂ ਬਾਅਦ ਉਸ ਨੂੰ ਨਸ਼ਟ ਕਰਨ ਤੋਂ ਬਾਅਦ ਜਿਹੜੇ ਇਹ ਫਾਈਟਰ ਜੈਟਸ ਜਿਹੜੇ ਨਾਲ ਹਮਲਿਆਂ ਨੂੰ ਅੰਜਾਮ ਦਿੱਤਾ। ਤੇ ਇਹਨਾਂ ਨੇ ਇਹ ਵੀ ਕਿਹਾ ਵੀ ਅਸੀਂ ਜਿਹੜੇ ਹਮਲੇ ਆ ਹਿਜ਼ਬੁੱਲਾ ਉੱਤੇ ਵੀ ਜਾਰੀ ਰੱਖਾਂਗੇ। ਉਧਰ ਦੂਜੇ ਪਾਸੇ ਇਹਨਾਂ ਹਮਲਿਆਂ ਦਾ ਜਿਹੜੇ ਈਰਾਨ ਦੇ ਲੋਕ ਨੇ ਉਹਨਾਂ ਉੱਤੇ ਕੀ ਪ੍ਰਭਾਵ ਹੈ, ਉਹਨਾਂ ਨੇ ਤੁਰਕੀ ਨੂੰ ਹੁਣ ਚਾਲੇ ਪਾਉਣੇ ਸ਼ੁਰੂ ਕਰ ਦਿੱਤੇ ਨੇ। ਤੁਹਾਨੂੰ ਪਤਾ ਹੀ ਹੈ ਵੀ ਜਦੋਂ ਲਗਾਤਾਰ ਬੰਬਾਰਮੈਂਟ ਹੁੰਦੀ ਹੋ ਰਹੀ ਹੋਵੇ, ਪਾਣੀਆਂ ਦੇ ਵਿੱਚ ਹਮਲੇ ਹੋ ਰਹੇ ਹੋਣ ਸਕੂਲਾਂ ਦੇ ਉੱਤੇ, ਜਾਂ ਉਹਨਾਂ ਦਾ ਸੁਪਰੀਮ ਲੀਡਰ ਮਾਰਿਆ ਗਿਆ ਹੋਵੇ, ਤਾਂ ਜ਼ਾਹਰ ਜੀ ਗੱਲ ਆ ਵੀ ਲੋਕ ਸੁਰੱਖਿਅਤ ਟਿਕਾਣਿਆਂ ਨੂੰ ਭੱਜਣਗੇ। ਇਰਾਨੀਅਨ ਜਿਹੜੇ ਨੇ ਉਹਨਾਂ ਨੇ ਹੁਣ ਤੁਰਕੀ ਦਾ ਜਿਹੜਾ ਬਾਰਡਰ ਆ, ਤਕਰੀਬਨ 300 ਮੀਲ ਲੰਬਾ ਬਾਰਡਰ ਪੈਂਦਾ ਦੋਵਾਂ ਦੇਸ਼ਾਂ ਦੇ ਵਿਚਾਲੇ, ਉਸ ਨੂੰ ਹੁਣ ਜਿਹੜਾ ਉਸ ਦੇ ਰਾਹੀਂ ਤੁਰਕੀ ਦੇ ਵਿੱਚ ਸੁਰੱਖਿਅਤ ਟਿਕਾਣੇ ਲੱਭਣੇ ਸ਼ੁਰੂ ਕਰ ਦਿੱਤੇ ਨੇ। ਹਸਨ ਸਿਡਾਰੇ ਜਿਹੜੇ ਕਿ ਈਰਾਨ ਦੇ ਰਹਿਣ ਵਾਲੇ ਨੇ, 55 ਸਾਲਾਂ ਨੇ, ਰਿਟਾਇਰਡ ਏਅਰਪੋਰਟ ਵਰਕਰ ਨੇ, ਤਬਰੀਜ਼ ਦੇ ਰਹਿਣ ਵਾਲੇ ਨੇ। ਉਹਨਾਂ ਨੇ ਦੱਸਿਆ ਵੀ ਅਸੀਂ ਆਪਣੇ 2 ਬੱਚਿਆਂ ਨੂੰ ਲੈ ਕੇ ਤੇ ਆਪਣੀ ਵਾਈਫ ਨੂੰ ਲੈ ਕੇ ਜਿਹੜਾ 300 ਮੀਲ ਦਾ ਪੈਂਡਾ ਤੈਅ ਕਰਕੇ ਇੱਕ ਵੈਨ ਦੇ ਰਾਹੀਂ ਜਿਹੜਾ ਈਰਾਨ ਤੇ ਤੁਰਕੀ ਦੀ ਜਿਹੜੀ ਬਾਰਡਰ ਆ ਉਹਨੂੰ ਪਾਰ ਕਰਨ ਦੇ ਲਈ ਅਸੀਂ ਪਹੁੰਚੇ ਹਾਂ। ਤੇ ਉਹ ਕਹਿੰਦੇ ਵੀ ਇਸ ਟਾਈਮ ਸਾਨੂੰ ਇਹ ਲੱਗਦਾ ਵੀ ਇੱਕ ਬਹੁਤ ਵੱਡਾ ਭੂਚਾਲ ਜਿਵੇਂ ਈਰਾਨ ਦੇ ਵਿੱਚ ਆ ਗਿਆ ਹੋਵੇ। ਬਿਗ ਅਰਥਕੁਏਕ ਦਾ ਉਹਨੂੰ ਨਾਂ ਦਿੱਤਾ ਵੀ ਇੰਨੀ ਸਾਡੇ ਵਿੱਚ ਜਿਹੜੀ ਦਹਿਸ਼ਤ ਆ ਉੱਥੋਂ ਦੇ ਲੋਕਾਂ ਦੇ ਵਿੱਚ ਆ। ਸੋ ਕਹਿੰਦੇ ਵੀ ਹੁਣ ਬਹੁਤ ਸਾਰੇ ਲੋਕ ਨੇ ਜਿਹੜੇ ਤੁਰਕੀ ਦੀ ਸਰਹੱਦ ਦੇ ਨਾਲ ਰਹਿੰਦੇ ਨੇ, ਰਿਹਾਇਸ਼ੀ ਟਿਕਾਣੇ ਉਹਨਾਂ ਦੇ ਤੁਰਕੀ ਦੀ ਸਰਹੱਦ ਦੇ ਨਾਲ ਨੇ, ਪਰ ਉਹ ਕਿਸੇ ਵੀ ਤਰੀਕੇ ਦੇ ਨਾਲ ਈਰਾਨ ਨੂੰ ਛੱਡਣ ਦੇ ਲਈ ਹੁਣ ਮਜਬੂਰ ਨੇ ਜਾਂ ਸੋਚਣਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਹੈ। ਜੀ। ਉਧਰ ਇਜ਼ਰਾਈਲ ਦੇ ਬਾਰੇ ਇਹ ਗੱਲ ਆ ਰਹੀ ਹੈ ਕਿ ਇਜ਼ਰਾਈਲ ਨੇ ਇਵੈਕੂਏਸ਼ਨ ਵਾਰਨਿੰਗ ਜਾਰੀ ਕੀਤੀ ਆ ਕੋਮ ਰੀਜਨ ਦੇ ਵਿੱਚ, ਜਿਹੜਾ ਕਿ ਇਰਾਨੀਅਨ ਨਿਊਕਲੀਅਰ ਸਾਈਟ ਦੇ ਨੇੜੇ ਪੈਂਦਾ। ਇਜ਼ਰਾਈਲ ਨੇ ਇਹ ਗੱਲ ਕਹੀ ਹੈ ਵੀ ਜਿੰਨੇ ਵੀ ਇਲਾਕੇ ਕੋਮ ਰੀਜਨ ਦੇ ਵਿੱਚ ਈਰਾਨ ਦੇ ਪੈਂਦੇ ਨੇ ਉਹ ਆਪਣੇ ਟਿਕਾਣਿਆਂ ਨੂੰ ਛੱਡ ਕੇ ਚਲੇ ਜਾਣ। 10 ਮੀਲ ਦਾ ਇਲਾਕਾ ਉਹਨਾਂ ਨੇ ਕਿਹਾ ਫੋਰਦੋ ਇੱਕ ਨਿਊਕਲੀਅਰ ਸਾਈਟ ਆ ਉਸ ਦੇ ਸਬੰਧ ਦੇ ਵਿੱਚ। ਸੋ ਇਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜੇ ਸਿਵਿਲੀਅਨ ਨੇ ਅਸੀਂ ਉਹਨਾਂ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੁੰਦੇ ਤੇ ਉਹ ਛੇਤੀ ਤੋਂ ਛੇਤੀ ਜਿਹੜੀ ਆ ਉਹ ਇਸ ਇਲਾਕਿਆਂ ਨੂੰ ਛੱਡ ਕੇ ਚਲੇ ਜਾਣ। ਇਜ਼ਰਾਈਲੀ ਮਿਲਟਰੀ ਦੇ ਜਿਹੜਾ ਪਰਸ਼ੀਅਨ ਲੈਂਗੁਏਜ ਦੀ ਇੱਕ ਸੋਸ਼ਲ ਮੀਡੀਆ ਅਕਾਊਂਟ ਹੈ ਉਹਦੇ ਤੋਂ ਇਹ ਜਿਹੜੇ ਇਵੈਕੂਏਸ਼ਨ ਕਰਨ ਦੇ ਬਾਰੇ ਜਿਹੜੀ ਗੱਲ ਆ ਉਹ ਕਹੀ ਗਈ ਹੈ। ਜੀ, ਇਸ ਦੇ ਨਾਲ ਹਿਜ਼ਬੁੱਲਾ ਵਾਲੇ ਕਹਿ ਰਹੇ ਆ ਵੀ ਅਸੀਂ ਇਜ਼ਰਾਈਲ ਦੇ ਗੋਲਨ ਹਾਈਟਸ ਤੇ ਇਜ਼ਰਾਈਲੀ ਬੇਸ ਦੇ ਉੱਤੇ ਉਹ ਡਰੋਨ ਅਟੈਕ ਜਿਹੜਾ ਹਮਲਾ ਕੀਤਾ, ਲਾਂਚ ਜੀ। ਕੀਤਾ ਆ। ਇਜ਼ਰਾਈਲ ਵਾਲਿਆਂ ਨੇ ਲਬਨਾਨ ਦੇ ਵਿੱਚ ਇਨਵੇਜਨ ਜਿਹੜੀ ਉਹ ਕਰ ਦਿੱਤੀ ਹੈਗੀ ਆ, ਤੇ ਆਪਾਂ ਇਹ ਦੇਖ ਹੀ ਰਹੇ ਆ ਵੀ ਹਿਜ਼ਬੁੱਲਾ ਨੂੰ ਕਹਿੰਦੇ ਵੀ ਉਹ ਨਸ਼ਟ ਕਰਨ ਦੇ ਲਈ ਇਜ਼ਰਾਈਲ ਵਾਲੇ ਇਹ ਦਾਅਵਾ ਕਰਕੇ ਉਹਨਾਂ ਦੇ ਉੱਤੇ ਕਰ ਰਹੇ ਆ। ਸੋ ਹਿਜ਼ਬੁੱਲਾ ਵਾਲੇ ਵਾਪਸ ਅਟੈਕ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਪਰ ਇਜ਼ਰਾਈਲ ਦੀ ਮਿਲਟਰੀ ਮੋਰੇ ਉਹਨਾਂ ਦੀ ਕੋਈ ਬੜਾ ਦਾ ਜਿਹੜਾ ਉਹ ਨਹੀਂ ਚੱਲ ਰਿਹਾ। ਈਰਾਨ ਦੀ ਮਿਲਟਰੀ ਇਹ ਦਾਅਵਾ ਕਰ ਰਹੀ ਆ ਵੀ ਬਹਿਰੀਨ ਦੇ ਵਿੱਚ ਜਿਹੜੇ ਯੂਐਸ ਦਾ ਬੇਸ ਆ ਉੱਤੇ ਜੋ ਹਮਲਾ ਕੀਤਾ ਆ ਉਸ ਕਰਕੇ ਹੋਰ ਕੈਜੂਅਲਟੀਜ਼ ਯਾਨੀ ਕਿ ਹੋਰ ਅਮਰੀਕੀ ਜਿਹੜੇ ਉਹ ਮਾਰੇ ਗਏ ਆ ਤੇ ਕਈ ਫੱਟੜ ਹੋਏ ਆ। ਯੂਐਸ ਨੇ ਇਸ ਦੇ ਉੱਤੇ ਕੋਈ ਇਸ ਨੂੰ ਪੁਸ਼ਟੀ ਜਾਂ ਇਸ ਦੇ ਉੱਤੇ ਕੋਈ ਕਮੈਂਟ ਅਜੇ ਤੱਕ ਨਹੀਂ ਕੀਤਾ ਹੈਗਾ, ਤੇ ਇਸ ਨੂੰ ਵੈਰੀਫਾਈ ਕਰਨਾ ਕਹਿੰਦੇ ਵੀ ਇਹ ਹਾਲ ਦੀ ਘੜੀ ਮੁਸ਼ਕਿਲ ਆ। ਈਰਾਨ ਦਾ ਸਿਰਫ ਇਹ ਦਾਅਵਾ ਹੈਗਾ ਆ। ਜਰਮਨੀ ਨੇ ਵਿਡਰੋ ਕਰ ਲਏ ਨੇ ਮਿਡਲ ਈਸਟ ਦੇ ਵਿੱਚੋਂ ਆਪਣੇ ਜਿਹੜੇ ਹੋਰ ਟਰੂਪਸ। ਕਹਿੰਦੇ ਵੀ ਮਿਡਲ ਈਸਟ ਦੇ ਵਿੱਚ ਜਿੱਦਾਂ ਤਾਂ ਫਿਕਰਮੰਦੀ ਟੈਨਸ਼ਨ ਜਿਹੜੀ ਉਹ ਵੱਧ ਰਹੀ ਆ, 7ਵਾਂ ਦਿਨ ਹੋ ਗਿਆ ਯੂਐਸ ਇਜ਼ਰਾਈਲ ਦੀ ਜਿਹੜੀ ਵਾਰ ਆ ਈਰਾਨ ਦੇ ਉੱਤੇ ਨੂੰ, ਤੇ ਉਹਦੇ ਕਰਕੇ ਕਹਿੰਦੇ ਵੀ ਅਸੀਂ ਆਪਣੇ ਜਿਹੜੇ ਫੌਜੀ ਆ ਉੱਥੋਂ ਹੋਰ ਕੱਢ ਲਏ ਆ। 500 ਜਿਹੜੇ ਜਰਮਨ ਦੇ ਫੌਜੀ ਆ ਉਹ ਡਿਪਲੋਏ ਸੀਗੇ ਇਸ ਇਲਾਕੇ ਦੇ ਵਿੱਚ, ਜ਼ਿਆਦਾਤਰ ਇਰਾਕ ਤੇ ਜਾਰਡਨ ਦੇ ਮੁਲਕਾਂ ਦੇ ਵਿੱਚ, ਤੇ ਉਹਨਾਂ ਨੂੰ ਕਹਿੰਦੇ ਵੀ ਹੁਣ ਮੂਵ ਆਊਟ ਕੀਤਾ ਜਾ ਰਿਹਾ ਹੈ ਤੇ ਜਿਹੜੇ ਨੰਬਰ ਆ ਉਸ ਨੂੰ ਕਾਫੀ ਜ਼ਿਆਦਾ ਘਟਾਇਆ ਜਾਊਗਾ। ਇਜ਼ਰਾਈਲ ਨੇ ਲਬਨਾਨ ਦੀ ਜਿਹੜੀ ਇੱਕ ਮਜਦਲ ਸਲਮ ਕਰਕੇ ਜਿਹੜਾ ਇਲਾਕਾ ਆ ਉੱਥੇ ਹਮਲਾ ਜਿਹੜਾ ਉਹ ਕੀਤਾ ਹੈ, ਜਿਸ ਦੇ ਵਿੱਚ 9 ਜਾਣਿਆਂ ਦੀ ਮੌਤ ਹੋਈ ਆ। ਲੈਬਨਾਨ ਦਾ ਜਿਹੜਾ ਸਟੇਟ ਮੀਡੀਆ ਆ ਉਹ ਇਸ ਦਾ ਦਾਅਵਾ ਕਰ ਰਿਹਾ ਆ।
ਕੈਨੇਡਾ ਨੇ ਵੀ ਇਹ ਆਖਿਆ ਵੀ 3500 ਤੋਂ ਵੱਧ ਉਹਨਾਂ ਦੇ ਜਿਹੜੇ ਮੁਲਕ ਦੇ ਨਾਗਰਿਕ ਆ ਉਹ ਇਸ ਟਾਈਮ ਮਿਡਲ ਈਸਟ ਤੇ ਗਲਫ ਦੇ ਮੁਲਕਾਂ ਦੇ ਵਿੱਚ ਫਸੇ ਪਏ ਆ, ਤੇ ਉਹਨਾਂ ਨੇ ਮੰਗ ਕੀਤੀ ਆ ਇਹਨਾਂ ਨੂੰ ਉਹਨਾਂ ਲੋਕਾਂ ਨੇ ਮੰਗ ਕੀਤੀ ਕੈਨੇਡਾ ਨੂੰ ਵੀ ਸਾਨੂੰ ਉੱਥੋਂ ਵਾਪਸ ਲੈ ਕੇ ਜਾਓ। ਹੁਣ ਤੱਕ ਕੈਨੇਡਾ ਨੇ ਦੱਸਿਆ ਵੀ 1,08,000 ਜਿਹੜੇ ਕੈਨੇਡੀਅਨਸ ਆ ਜੋ ਉਸ ਇਲਾਕੇ ਦੇ ਵਿੱਚ ਰਹਿ ਰਹੇ ਨੇ, ਉਹਨਾਂ ਨੇ ਗਲੋਬਲ ਅਫੇਅਰਸ ਦੇ ਨਾਲ ਆਪਣੇ ਆਪ ਨੂੰ ਰਜਿਸਟਰ ਕਰ ਲਿਆ ਹੈਗਾ ਆ, ਜਿਨ੍ਹਾਂ ਦੇ ਵਿੱਚੋਂ 3500 ਅਜਿਹੇ ਕੈਨੇਡੀਅਨਸ ਨੇ ਜਿਨ੍ਹਾਂ ਨੇ ਗਲੋਬਲ ਅਫੇਅਰ ਨੂੰ ਕਿਹਾ ਵੀ ਸਾਨੂੰ ਇੱਥੋਂ ਬਾਹਰ ਨਿਕਲਣ ਦੇ ਵਿੱਚ ਮਦਦ ਕੀਤੀ ਜਾਵੇ। ਕੈਨੇਡਾ ਦੀ ਜਿਹੜੀ ਫੋਰਨ ਮਿਨਿਸਟਰ ਅਨੀਤਾ ਆਨੰਦ ਆ, ਉਹਨਾਂ ਨੇ ਇਹ ਜਿਹੜਾ ਬਿਆਨ ਦਿੱਤਾ ਹੈਗਾ ਆ। ਸੋ ਇਜ਼ਰਾਈਲ ਨੇ ਈਰਾਨ ਤੋਂ ਬਾਅਦ ਦੇ ਵਿੱਚ ਹੁਣ ਆਪਣਾ ਰੁਖ ਲਬਨਾਨ ਦੇ ਵੱਲ ਨੂੰ ਜਿਹੜਾ ਉਹ ਵੱਡੇ ਪੱਧਰ ਦੇ ਉੱਤੇ ਕਰ ਲਿਆ ਹੈਗਾ ਆ, ਤੇ ਉਹਨਾਂ ਨੇ ਲਬਨਾਨ ਦੇ ਵਿੱਚ ਇੱਕ ਹਿਸਾਬ ਦੇ ਨਾਲ ਇਨਵੇਜਨ ਜਿਹੜੀ ਉਹ ਆਪਣੀ ਹੋਰ ਤੇਜ਼ ਕਰ ਦਿੱਤੀ ਆ। ਇਜ਼ਰਾਈਲ ਨੇ ਦਾਅਵਾ ਕੀਤਾ ਵੀ ਹਿਜ਼ਬੁੱਲਾ ਦੇ ਦੁਆਰਾ 70 ਤੋਂ ਵੱਧ ਜਿਹੜੇ ਰਾਕਟ ਆ ਉਹ ਰਾਤ ਦੇ ਹਨੇਰੇ ਦੇ ਵਿੱਚ ਇਜ਼ਰਾਈਲ ਵੱਲ ਨੂੰ ਜਿਹੜੇ ਉਹ ਚਲਾਏ ਗਏ ਆ, ਦਾਗੇ ਗਏ ਹੈਗੇ ਆ। ਸੋ ਸਿਚੁਏਸ਼ਨ ਖਾਸੀ ਜਿਹੜੀ ਇਸ ਟਾਈਮ ਵੋਲੇਟਾਈਲ ਬਣੀ ਪਈ ਆ, ਤੇ ਜਦੋਂ ਟਰੰਪ ਹੋਣਾ ਦਾ ਵਿੱਚ ਅੱਜ ਇਹ ਬਿਆਨ ਆ ਗਿਆ ਵੀ ਡੀਲ ਉਨੀ ਦੇਰ ਤੱਕ ਕੋਈ ਨਹੀਂ ਹੋਗੀ ਇਰਾਨ ਨਾਲ ਜਿੰਨੀ ਦੇਰ ਤੱਕ ਇਰਾਨ ਵਾਲੇ ਅਨਕੰਡੀਸ਼ਨਲ ਸਰੈਂਡਰ ਜਿਹੜਾ ਉਹ ਨਹੀਂ ਕਰ ਦਿੰਦੇ, ਜਦ ਕਿ ਇਰਾਨ ਵਾਲੇ ਇਹ ਆਪਣੇ ਵੱਲੋਂ ਦਾਅਵਾ ਕਰ ਰਹੇ ਆ ਵੀ ਅਸੀਂ ਜਿੰਨੇ ਮਰਜ਼ੀ ਮਹੀਨੇ ਲੜਨ ਦੇ ਲਈ ਰਾਜੀ ਆ, ਅਸੀਂ ਤਾਂ ਗਰਾਊਂਡ ਇਨਵੇਜਨ ਵਾਲਿਆਂ ਨੂੰ ਵੀ ਤਿਆਰੀ ਬੈਠੇ ਆ ਵੀ ਤੁਸੀਂ ਆਓ ਤਾਂ ਸਹੀ, ਫਿਰ ਤੁਹਾਨੂੰ ਜਿਹੜਾ ਉਹ ਦੱਸਦੇ ਆ। ਸੋ ਇਸ ਸੰਬੰਧ ਦੇ ਵਿੱਚ ਕੀ ਉਹ ਅਨਕੰਡੀਸ਼ਨਲ ਸਰੈਂਡਰ ਕਰ ਜਾਣਗੇ? ਹਾਲ ਦੀ ਘੜੀ ਇਹ ਕੰਮ ਥੋੜਾ ਮੁਸ਼ਕਲ ਲੱਗਦਾ ਆ, ਪਰ ਬਿਆਨਬਾਜ਼ੀ ਦੇ ਨਾਲ ਉਹਨਾਂ ਦੇ ਉੱਤੇ ਦਬਾਅ ਪਾਉਣ ਦੀ ਜਿਹੜੀ ਕੋਸ਼ਿਸ਼ ਆ ਉਹ ਪੱਕਿਆਂ ਟਰੰਪ ਹੋਣੀ ਜਿਹੜੀ ਉਹ ਕਰ ਰਹੇ ਹੈਗੇ ਆ। ਉਧਰ ਫਰਾਂਸ ਨੇ ਪ੍ਰਵੀਨ ਜੀ ਜਿਹੜੇ ਹੈਲੀਕਾਪਟਰ ਆ ਉਹ ਈਸਟਰਨ ਮੈਡੀਟਰੇਨੀਅਨ ਦੇ ਵਿੱਚ ਉਹਨਾਂ ਨੂੰ ਘੱਲਿਆ ਹੈਗਾ ਆ। ਪ੍ਰੈਜ਼ੀਡੈਂਟ ਜਿਹੜਾ ਮੈਕਰੋਨ ਆ ਫਰਾਂਸ ਦੇ, ਉਹਨਾਂ ਨੇ ਕਿਹਾ ਵੀ ਇਹ ਜਿਹੜਾ ਫਰਾਂਸ ਦੇ ਜਿਹੜੇ ਬੇਸਿਸ ਆ ਉਹਨਾਂ ਨੂੰ ਬਚਾਉਣ ਖਾਤਰ ਅਸੀਂ ਡਿਫੈਂਡ ਕਰਨ ਦੇ ਲਈ ਇਹ ਇਸ ਟਾਈਮ ਘੱਲ ਰਹੇ ਆ, ਤੇ ਨਾਲ ਦੇ ਨਾਲ ਜਿਹੜੇ ਸਾਡੇ ਐਲਾਈਜ਼ ਆ UAE ਤੇ ਕਤਰ, ਉਹਨਾਂ ਦੀਆਂ ਜਿਹੜੇ ਡਿਫੈਂਸ ਪੈਕਟ ਹੋਏ ਆ ਉਹਦੇ ਸੰਬੰਧ ਦੇ ਵਿੱਚ ਉਹਨਾਂ ਦੀ ਸੁਰੱਖਿਆ ਲਈ ਉੱਥੇ ਉਹਨਾਂ ਨੂੰ ਘੱਲਿਆ ਜਿਹੜਾ ਉਹ ਜਾ ਰਿਹਾ ਹੈਗਾ ਆ। ਉਧਰ ਐਮੀਰੇਟਸ ਦੇ ਦੁਆਰਾ ਦੁਬਈ ਤੋਂ ਜਿਹੜੀਆਂ ਫਲਾਈਟਸ ਆ ਉਹਨਾਂ ਨੂੰ ਹੁਣ ਰਿਸਟੋਰ ਪ੍ਰਵੀਨ ਜੀ ਜਿਹੜਾ ਉਹ ਕੀਤਾ ਗਿਆ ਆ। UAE ਦੇ ਜਿਹੜੇ ਮਿਲਟਰੀ ਕਹਿੰਦੇ ਵੀ ਉਹ ਹੁਣ ਪ੍ਰੋਟੈਕਟ ਕਰੂਗੀ ਇਸ 에ਅਰ ਕੋਰੀਡੋਰ ਨੂੰ, ਤਾਂ ਜੋ ਵਿਮਾਨ ਜਹਾਜ਼ ਨੇ ਉਹ ਉੱਥੋਂ ਉਡਾਨ ਭਰ ਸਕਣ ਤੇ ਜਿਹੜੇ ਉੱਥੇ ਉਤਰ ਸਕਣ। ਐਮੀਰੇਟਸ ਦੁਨੀਆ ਦੀ ਇੱਕ ਬਹੁਤ ਪ੍ਰਸਿੱਧ ਜਿਹੜੀ ਇੱਕ 에ਅਰਲਾਈਨ ਆ, ਤੇ ਹੁਣ ਉਹ ਇਹ ਕਹਿ ਰਿਹਾ ਵੀ ਅਸੀਂ 60% ਕੈਪੈਸਿਟੀ ਦੇ ਉੱਤੇ ਆਪਣੀ ਜਿਹੜੀ ਆਪਰੇਸ਼ਨਸ ਆ ਉਹਨਾਂ ਨੂੰ ਚਲਾ ਰਹੇ ਹੈਗੇ ਆ। ਆਪਣੇ ਵੀ ਬਹੁਤ ਸਾਰੇ ਜਿਹੜੇ ਪੰਜਾਬੀ ਪਰਿਵਾਰ ਨੇ ਕਈ ਉਹਨਾਂ ਇਲਾਕਿਆਂ ਦੇ ਵਿੱਚ ਫਸ ਗਏ ਸੀਗੇ ਜਦ ਉਹ ਟਰੈਵਲ ਕਰ ਰਹੇ ਸੀ, ਜਿਸ ਦਰਮਿਆਨ US ਤੇ ਇਜ਼ਰਾਈਲ ਨੇ ਈਰਾਨ ਤੇ ਜਿਹੜਾ ਉਹ ਹਮਲਾ ਕਰ ਦਿੱਤਾ ਸੀਗਾ। ਇਜ਼ਰਾਈਲ ਤੋਂ ਇਹ ਖਬਰ ਆ ਰਹੀ ਹੈ ਵੀ ਉਹਨਾਂ ਦੇ ਵੀ 5 ਫੌਜੀ ਗੰਭੀਰ ਰੂਪ 'ਚ ਜ਼ਖਮੀ ਹੋਏ ਆ ਲਬਨਾਨ ਦੇ ਵਿੱਚ ਹਿਜ਼ਬੁੱਲਾ ਦੇ ਨਾਲ ਜਿਹੜੀ ਉਹ ਲੜਾਈ ਕਰਦੇ ਹੋਏ, ਤੇ ਓਵਰਆਲ ਫਾਈਨੈਂਸ਼ੀਅਲ ਮਾਰਕੀਟਸ ਦੇ ਵਿੱਚ ਕੰਮ ਜਿਹੜਾ ਖਾਸਾ ਜਿਹੜਾ ਉਹ ਥੱਲੇ ਵੱਲ ਨੂੰ ਕੰਮ ਗਿਆ ਆ। ਸੋ ਮਾਰਕੀਟਸ ਜਿਹੜੀਆਂ ਉਹ ਲਗਾਤਾਰ ਜਿਹੜੀਆਂ ਡਿੱਗ ਰਹੀਆਂ ਪਿਛਲੇ ਕਈ ਦਿਨਾਂ ਤੋਂ, ਇੱਥੇ ਜਿਹੜੀ ਹਾਲਾਤ ਆ ਉਹ ਅਣਸੁਖਾਵੇਂ ਜਿਹੜੇ ਉਹ ਹੋਣ ਕਰਕੇ ਇਸ ਮੌਕੇ ਜਦੋਂ ਹੁਣ ਤੁਹਾਡੇ ਨਾਲ 9:23 ਦੇ ਉੱਤੇ ਕੈਲੀਫੋਰਨੀਆ ਟਾਈਮ ਤੇ ਗੱਲ ਕਰ ਰਹੇ ਆ, ਤੇ ਡਾਓ ਜੋਨ ਅੱਜ ਇੱਕ ਵਾਰੀ ਫਿਰ 1% ਤੋਂ ਵੱਧ ਥੱਲੇ ਚੱਲ ਰਿਹਾ ਆ, 550 ਦੇ ਤਕਰੀਬਨ ਪੁਆਇੰਟ ਆ ਉਹ ਲੂਜ਼ ਕੀਤੇ ਹੋਏ ਨੇ। ਜੀ,